ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਥ ਅਮਰੀਕਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਵਿਖੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਫਲਸਤੀਨੀ ਅਥਾਰਟੀ ਦੇ ਮੁਖੀ ਮਹਿਮੂਦ ਅਬਾਸ ਦੇ ਨਾਲ ਕੀਤੀ ਮੁਲਾਕਾਤ। ਇਜ਼ਰਾਈਲ ਹਮਾਸ ਜੰਗ ਨੂੰ ਲੈ ਕੇ ਕੀਤੀ ਚਰਚਾ। ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਭਾਣਾ। ਪਨਾਮਾ ਦੇ ਜੰਗਲਾਂ ਦੇ ਵਿੱਚ ਨੌਜਵਾਨ ਜਗਮੀਤ ਸਿੰਘ ਹੋਇਆ ਗੁੰਮ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ। ਸਿਟੀ ਆਫ ਟੋਰਾਂਟੋ ਦੇ ਵੱਲੋਂ ਪ੍ਰਾਪਰਟੀ ਟੈਕਸ ਦੇ ਵਿੱਚ ਕੀਤਾ ਜਾਵੇਗਾ ਵਾਧਾ। ਬਜਟ ਚੀਫ ਸ਼ੈਲੀ ਕੈਰੋਲ ਦੇ ਵੱਲੋਂ ਦਿੱਤੀ ਗਈ ਜਾਣਕਾਰੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਦੇ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਵਿਖੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸਮਾਗਮ ਦੇ ਵਿੱਚ ਪੰਥ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਦੇ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਵੱਲੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਰਬੱਤ ਸੰਗਤ ਵੱਲੋਂ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਸੰਪੂਰਨਤਾ ਹੋਈ। ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਹੋਰ ਵੀ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਤਨ ਮਨ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਹਯਾਤੀ ਦੇ ਵਿੱਚ ਬੜੇ ਮਹਾਨ ਕਾਰਜ ਕੀਤੇ, ਜਿਨ੍ਹਾਂ ਵਿੱਚੋਂ ਅੰਮ੍ਰਿਤ ਸੰਚਾਰ ਕਰਾ ਕਰਕੇ ਜਾਤ ਪਾਤ ਦੇ ਭੇਦ ਮਿਟਾ ਕੇ ਸਾਡੇ ਨਾਵਾਂ ਦੇ ਨਾਲ ਕੌਰ ਅਤੇ ਸਿੰਘ ਲਾ ਕੇ ਸੱਚੇ ਪਾਤਸ਼ਾਹ ਜੀ ਨੇ ਇਹ ਸਾਡੇ ਉੱਤੇ ਬਖਸ਼ਿਸ਼ ਕੀਤੀ। ਅਤੇ ਨਾਲ ਹੀ ਜਿਹੜੀ ਕਾਇਰਤਾ ਆਮ ਲੋਕਾਂ ਵਿੱਚ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਐਸੀ ਕਕਾਰ ਸੁੰਦਰ ਬਖਸ਼ਿਸ਼ ਕਰਕੇ ਇਹ ਜੀਵਨ ਦੇ ਵਿੱਚ ਸ਼ਸਤਰ ਬਖਸ਼ਿਸ਼ ਕਰਕੇ ਮਹਾਰਾਜ ਨੇ ਐਸੀ ਬਖਸ਼ਿਸ਼ ਕਰਕੇ ਸੂਰਮੇ ਬਣਾ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ SRS ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਗੁਰਦੁਆਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਡੇ 10ਵੇਂ ਪਾਤਸ਼ਾਹ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ। As you know, Guru Gobind Singh Ji was the greatest warrior, poet, statesman, and he gave us so many lessons in courage, sacrifice, and how to live your life. And we are so grateful to be born Sikh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪੈਲਾਟਾਈਨ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ ਸਨ। ਉਸੇ ਦਿਨ ਅਖੰਡ ਪਾਠ ਸਾਹਿਬ ਵੀ ਆਰੰਭ ਹੋਏ ਸਨ, ਜਿਨ੍ਹਾਂ ਦਾ ਪਾਠ ਸਵੇਰੇ ਪਾਇਆ ਗਿਆ। ਸੰਗਤਾਂ ਨੇ ਬੜੇ ਹੁਮ-ਹੁਮਾ ਕੇ ਪਹੁੰਚ ਕੇ ਦਰਸ਼ਨ ਦਿਦਾਰੇ ਬਖਸ਼ੇ ਨੇ ਆਪਣੇ, ਤੇ ਸੰਗਤਾਂ ਦੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜੀ ਚੜ੍ਹਦੀ ਕਲਾ ਵਿੱਚ ਸਮਾਗਮ ਹੋਏ ਨੇ ਜੀ। ਗਵਰਨਰ ਗੇਵਿਨ ਨਿਊਜ਼ੂਮ ਨੇ ਅੱਜ ਆਪਣਾ ਸਾਲ 2024-2025 ਰਾਜ ਬਜਟ ਪ੍ਰਸਤਾਵ ਪੇਸ਼ ਕੀਤਾ। ਗਵਰਨਰ ਨੇ ਕਿਹਾ ਹੈ ਕਿ ਇਸ ਬਜਟ ਯੋਜਨਾ ਦੇ ਵਿੱਚ ਹਾਊਸਿੰਗ ਸੰਕਟ, ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ, ਉੱਚ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਵਧਾਉਣ, ਸਿਹਤ ਦੇਖਭਾਲ ਦੇ ਵਿੱਚ ਸੁਧਾਰ ਕਰਨ ਅਤੇ ਜਲਵਾਯੂ ਤਬਦੀਲੀ ਦੇ ਨਾਲ ਲੜਨ ਦੇ ਲਈ ਸਾਡੇ ਕੰਮ ਨੂੰ ਜਾਰੀ ਰੱਖਦੇ ਹੋਏ ਕੈਲੀਫੋਰਨੀਆ ਨੂੰ ਇੱਕ ਮਜ਼ਬੂਤ ਆਰਥਿਕ ਸਥਿਤੀ ਪ੍ਰਦਾਨ ਕਰਨਾ ਹੈ। ਨਿਊਜ਼ੂਮ ਨੇ ਕਿਹਾ ਹੈ ਕਿ ਸਾਡੀ ਪ੍ਰਮੁੱਖ ਤਰਜੀਹ ਕੈਲੀਫੋਰਨੀਆ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੈ। That reflect, I think, the larger narrative of today's presentation. And that is a story of correction, a story of normalization after a period of tremendous amount of distortion. And that distortion has been represented in the revenue collection in this state. Take a look at this chart. The 10.4%, that's 2000, the year 2000. We've had some spikes in the past in revenue. 10.4% is a percentage of our income tax collection, capital gains. You can see the 11.6%, a historically high number that was represented in 2021. And now a drop, and we look at the projections going out to about 5%. So those are just remarkable swings
in terms of that revenue collection, particularly as it relates to capital gains and the disproportionate impact capital gains plays on our overall revenue. That said, the 5%, you may recall this time last year, I mentioned that the average this time last year of capital gains, looking back, was about 5.18%. So we're getting back again, story of correction, a story of normalization. We're back at about 5%. We're projecting about 5%, going back to what we have traditionally seen, again, after a period of unprecedented distortion. We'll talk a little bit more about that distortion in the context of the deficits and surpluses, though I will remind you in 2021 and the prior year, we had a 2-year period where we had $177.7 billion operating surplus. I'll repeat that. $74.3 billion 1 year operating surplus. The next year was $101.4 billion. Only to experience, if you recall last year, a $31.7 billion shortfall. ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੀਤੇ ਦਿਨੀ ਫਲਸਤੀਨੀ ਅਥਾਰਟੀ ਦੇ ਮੁਖੀ ਮਹਿਮੂਦ ਅਬਾਸ ਦੇ ਨਾਲ ਮੁਲਾਕਾਤ ਕੀਤੀ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਹੈ ਕਿ ਅਮਰੀਕਾ ਆਪਣੇ ਸਹਿਯੋਗੀ ਦਾ ਸਮਰਥਨ ਕਰਨਾ ਜਾਰੀ ਰੱਖੇਗਾ, ਪਰ ਉਸਨੇ ਇਜ਼ਰਾਈਲ ਨੂੰ ਜੰਗ ਪ੍ਰਭਾਵਿਤ ਫਲਸਤੀਨ ਖੇਤਰ ਦੇ ਵਿੱਚ ਫਸੇ ਲੋਕਾਂ ਦੀ ਸੁਰੱਖਿਆ ਲਈ ਹੋਰ ਕੁਝ ਕਰਨ ਦੇ ਲਈ ਕਿਹਾ ਹੈ। ਬਲਿੰਕਨ ਨੇ ਕਿਹਾ ਹੈ ਕਿ ਗਾਜ਼ਾ ਦੇ ਵਿੱਚ ਰੋਜ਼ਾਨਾ ਮਰਨ ਵਾਲਿਆਂ ਦੀ ਗਿਣਤੀ ਆਮ ਨਾਗਰਿਕਾਂ, ਖਾਸ ਕਰਕੇ ਬੱਚਿਆਂ ਦੀ ਵੱਧਦੀ ਹੀ ਜਾ ਰਹੀ ਹੈ। The United Nations is playing an indispensable role in addressing the immense humanitarian needs in Gaza. There is simply no alternative. UN personnel and other aid workers in Gaza are demonstrating extraordinary courage by continuing to provide life-saving services in what are extremely challenging conditions. I spoke last night with the UN's new senior humanitarian and reconstruction coordinator for Gaza, Sigrid Kaag, about all of these efforts that are underway. Now, Sigrid Kaag is someone I worked very closely with a few years ago when she led the UN mission that destroyed the Assad regime's chemical weapons in Syria. So I can say from experience, she has what it takes to get this job done. She has America's full support. She must have Israel's as well. Today we also discussed the phased transition of Israel's military campaign in Gaza. We continue to offer our best advice for how Israel can achieve its essential goal of ensuring that October 7th can never be repeated. And we believe Israel has achieved significant progress toward this fundamental objective. As Israel's campaign moves to a lower intensity phase in northern Gaza, and as the IDF scales down its forces there, we agreed today on a plan for the UN to carry out an assessment mission. It will determine what needs to be done to allow displaced Palestinians to return safely to homes in the north. Now, this is not going to happen overnight. There are serious security, infrastructure, and humanitarian challenges. But the mission will start a process that evaluates these obstacles and how they can be overcome. In today's meetings, I was also crystal clear. Palestinian civilians must be able to return home as soon as conditions allow. They must not be pressed to leave Gaza. As I told the Prime Minister, the United States unequivocally rejects any proposals advocating for the resettlement of Palestinians outside of Gaza. And the Prime Minister reaffirmed to me today that this is not the policy of Israel's government. ਵਿਦੇਸ਼ ਜਾਣ ਦੀ ਲਾਲਸਾ ਦੇ ਵਿੱਚ ਕਈ ਨੌਜਵਾਨ ਗਲਤ ਰਾਹ ਪੈ ਕੇ ਆਪਣੀ ਜਾਨ ਤੱਕ ਗਵਾ ਲੈਂਦੇ ਨੇ। ਟਰੈਵਲ ਏਜੰਟਾਂ ਦੇ ਵੱਲੋਂ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਨੇ। ਪਠਾਨਕੋਟ ਦੇ ਵਿੱਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ, ਜਿਸ ਤੋਂ ਬਾਅਦ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਗੁੰਮ ਹੋ ਗਿਆ ਤੇ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਉਸਨੇ ਪਿਛਲੇ ਮਹੀਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਖਰੀ ਵਾਰ ਗੱਲ ਕੀਤੀ ਸੀ। ਫਿਰ ਕੋਈ ਗੱਲਬਾਤ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪਠਾਨਕੋਟ ਪੁਲਿਸ ਨੂੰ ਕੀਤੀ। ਨੌਜਵਾਨ ਦੇ ਲਾਪਤਾ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਘਰ ਦਾ ਮਾਹੌਲ ਇੰਨਾ ਗਮਗੀਨ ਹੈ ਕਿ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਫੁੱਟ ਕੇ ਰੋਣ ਲੱਗ ਪਏ। ਨੌਜਵਾਨ ਜਗਮੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਨੌਜਵਾਨ ਜਗਮੀਤ ਨੇ MBA ਕੀਤੀ ਸੀ ਅਤੇ ਅਮਰੀਕਾ ਜਾਣ ਦੀ ਜ਼ਿੱਦ ਉੱਤੇ ਅੜ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇੱਕ ਏਜੰਟ ਦੇ ਨਾਲ ਜਗਮੀਤ ਨੂੰ ਅਮਰੀਕਾ ਭੇਜਣ ਲਈ 45.5 ਲੱਖ ਰੁਪਏ ਦੇ ਵਿੱਚ ਗੱਲ ਤੈਅ ਹੋਈ, ਜਿਨ੍ਹਾਂ ਦੇ ਵਿੱਚੋਂ 15 ਲੱਖ ਰੁਪਏ ਉਹਨਾਂ ਵੱਲੋਂ ਐਡਵਾਂਸ ਵੀ
ਦੇ ਦਿੱਤੇ ਗਏ ਸਨ। ਇਹ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕਿਤੇ ਪਤਾ ਲੱਗਾ ਕਿ ਇਹ ਜਿਹੜਾ ਏਜੰਟ ਆ ਬੱਚੇ ਕਾਫੀ ਭੇਜਦਾ ਵਾ, ਅਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੀ ਉਹਨੇ ਬਹੁਤ ਟਰਾਈ ਕੀਤੀ। MBA ਪਾਸ ਸੀਗਾ, ਚੰਗਾ ਇੰਟੈਲੀਜੈਂਟ ਬੱਚਾ ਸੀਗਾ, ਉੱਦਾਂ ਵੀ ਵਧੀਆ ਸੀਗਾ, ਅਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵੱਲ, ਅਤੇ ਆਪ ਵੀ ਉਹਨੇ ਮਨ 'ਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ। ਅਤੇ ਭਾਜੀ ਕਾਨੂੰਗੋ ਸੀ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆ, ਆਪਾਂ ਮਿਹਨਤ ਕਰਾਂਗੇ ਅਤੇ ਜ਼ਿੰਦਗੀ ਜਿਉਣੀ ਆ, ਨਾ ਕਿ ਅਸੀਂ ਪੈਸੇ ਦੀ ਦੌੜ। ਪਰ ਉਹ ਬੱਚੇ ਦੇ ਮਨ 'ਚ ਵੀ ਆਇਆ ਵੀ ਨਹੀਂ। ਭਾਜੀ ਨਾਲ ਉਹ ਏਜੰਟ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ, ਅਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ, ਅਤੇ ਅੱਜ ਤੱਕ ਉਹ ਆਈ ਝਾਂਸੇ ਦੇ ਫਸੇ। ਕਿੰਨੇ ਪੈਸੇ ਨਾਲ ਸਾਰੀ ਗੱਲਬਾਤ ਹੋਈ ਸੀ? ਇਹ 45.5 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੀ, ਅਤੇ ਇਹਨਾਂ ਨੇ 15 ਲੱਖ ਜਿੱਦਣ ਉਹ ਕਾਰਵਾਈ ਉਹ ਵੀਜ਼ੇ ਵੂਜੇ ਆਏ ਉਹਦੇ 15 ਲੱਖ ਐਡਵਾਂਸ ਵੀ ਭਾਜੀ ਕੋਲ ਅਸੀਂ ਦਿੱਤੇ ਰਹਿੰਦੇ ਸੀ, ਪਠਾਨਕੋਟ ਤੋਂ ਲਿਆ ਉਹਨਾਂ ਕੋਲ, ਅਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ 'ਚ ਪਹੁੰਚ ਜਾਏਗਾ, ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ, ਹੁਣ ਜਨਵਰੀ ਆ, ਅਤੇ ਅੱਜ ਤੱਕ ਨਹੀਂ ਸਾਨੂੰ ਬੱਚਾ ਸਾਡਾ ਮਿਲਿਆ। ਅਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਟਰੇਸ ਹੋਈ ਆ ਕੋਲੰਬੀਆ ਦੀ, ਜੋ ਕਿ ਭਾਜੀ ਦੱਸਦੇ ਕਿ ਬਿਲਕੁਲ ਵੀ ਇਹ ਗੱਲ ਨਹੀਂ ਸੀ ਕੀਤੀ ਹੋਈ ਵੀ ਉਹ ਕੋਲੰਬੀਆ ਪਨਾਮਾ ਦੇ ਜੰਗਲਾਂ ਥਾਣੀ ਜਾਵੇ, ਅਤੇ ਇਹ ਧੋਖਾ ਸਾਡੇ ਨਾਲ ਕੀਤਾ ਉਹਨੇ ਬਹੁਤ ਵੱਡਾ। ਕੋਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾਂ ਰਾਹੀਂ ਜਿਹੜਾ ਤੋੜ ਦਿੱਤਾ ਗਿਆ ਜਾਂ ਕੀ? ਹਾਂ ਸੁਣ 'ਚ ਦੇਖੋ ਜੀ, ਹਾਂ ਇਹੀ ਸੁਣ 'ਚ ਆਇਆ ਜੋ ਵੀ ਬੱਚਿਆਂ ਦੇ ਵੀ ਉੱਧਰ ਨੂੰ ਤੋੜ ਦਿੱਤੇ, ਅਤੇ ਅਸੀਂ ਤਾਂ ਕਦੇ ਵੀ ਨਹੀਂ ਮੰਨਦੇ, ਨਾ ਹੀ ਸਾਡੇ 'ਚ ਇੰਨੀ ਹਿੰਮਤ ਹੀ ਬੱਚੇ ਨੂੰ ਉੱਧਰ ਨੂੰ ਤੋਰਨ ਦੀ। ਦੇਖੋ ਜੀ, ਜਦੋਂ ਸਾਨੂੰ ਪਤਾ ਲੱਗਾ ਕਿ ਕੋਲੰਬੀਆ ਅੱਗੇ ਪਨਾਮਾ ਦੇ ਜੰਗਲ ਆ, ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ, ਬੜੇ ਜ਼ੋਰ ਦੇ ਕੇ ਗੱਲ ਕੀਤੀ। ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ 'ਚ ਵੀ ਸੀ ਪਹਿਲੇ, ਸਾਡਾ ਭਾਣਜਾ ਸੀਗਾ, ਉਹਨੇ ਜ਼ੋਰ ਦੇ ਕੇ ਕਿਹਾ ਵੀ ਮਾਮਾ ਜੀ ਬਿਲਕੁਲ ਨਹੀਂ ਭੇਜਣਾ, ਇਹਨੂੰ ਇੱਥੇ ਰੋਕ ਦਿਓ। ਅਤੇ ਅਸੀਂ ਉਸ ਵੇਲੇ ਹੀ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਸਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ, ਸਾਡਾ ਬੱਚਾ ਤੂੰ ਵਾਪਸ ਭੇਜ ਦੇ। ਪਰ ਕਹਿੰਦਾ ਜੀ ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ, ਮੈਂ ਦੋ ਮਤਲਬ ਕੀ ਕਹਿੰਦੇ ਆ 2 ਘੰਟੇ ਤੁਰਨ ਦੀ ਵਾਲੀ ਗੱਲ ਵਾ, ਅਤੇ ਫਿਰ ਵੀ ਭਾਜੀ ਤੇ ਨਹੀਂ ਮੰਨਦੇ ਇਹ ਗੱਲ ਤੂੰ ਵੀ ਨਹੀਂ ਤੂੰ ਭੇਜ ਦੇ ਯਾਰ, ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ। ਕਹਿਣ ਦੇ ਬਾਵਜੂਦ ਉਹਨੇ ਭੇਜਦਾ, ਤੁਹਾਡੇ ਨਾਲ ਵੱਡਾ ਧੋਖਾ ਕੀਤਾ, ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈ ਤੇ ਕਹਿੰਦੇ ਹਾਂ ਪਰਮਾਤਮਾ ਅੱਗੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ। ਕਿਹਾ ਜਾਂਦਾ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਪੱਕੇ ਦੋਸਤ ਅਤੇ ਦੁਸ਼ਮਣ ਨਹੀਂ ਹੁੰਦੇ। ਅੰਤਰਰਾਸ਼ਟਰੀ ਕੂਟਨੀਤੀ ਦੇ ਵਿੱਚ ਵੀ ਅਜਿਹਾ ਹੀ ਮੰਨਿਆ ਜਾਂਦਾ ਹੈ। ਅਮਰੀਕਾ ਅਤੇ ਚੀਨ ਸਭ ਤੋਂ ਵੱਡੇ ਦੁਸ਼ਮਣ ਮੰਨੇ ਜਾਂਦੇ ਨੇ। ਕਈ ਵਾਰ ਦੋਵਾਂ ਦੇਸ਼ਾਂ ਦੇ ਜੰਗੀ ਜਹਾਜ਼ ਅਤੇ ਲੜਾਕੂ ਜਹਾਜ਼ ਆਮੋ ਸਾਹਮਣੇ ਆ ਚੁੱਕੇ ਨੇ। ਇਸ ਦੇ ਬਾਵਜੂਦ ਦੋਵੇਂ ਦੇਸ਼ ਵਾਸ਼ਿੰਗਟਨ ਦੇ ਵਿੱਚ ਗੁਪਤ ਰੂਪ ਦੇ ਵਿੱਚ ਪਰਦੇ ਪਿੱਛੇ ਫੌਜੀ ਗੱਲਬਾਤ ਕਰ ਰਹੇ ਸਨ। ਇਹਨਾਂ ਫੌਜੀ ਵਾਰਤਾਵਾਂ ਦੇ ਖਤਮ ਹੋਣ ਦੀ ਜਾਣਕਾਰੀ ਖੁਦ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਦਿੱਤੀ ਹੈ। ਪੈਂਟਾਗਨ ਨੇ ਕਿਹਾ ਹੈ ਕਿ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦੇ ਲਈ ਸਹਿਮਤੀ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਇਹ ਪਹਿਲੀ ਗੱਲਬਾਤ ਹੈ। ਇਸ ਗੱਲਬਾਤ ਦੌਰਾਨ ਚੀਨ ਨੇ ਤਾਈਵਾਨ ਨੂੰ ਲੈ ਕੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਸੀ। ਦੱਖਣੀ ਚੀਨ ਸਾਗਰ ਦੇ ਵਿੱਚ ਲੋਕਤਾਂਤਰਿਕ ਤੌਰ ਉੱਤੇ ਸ਼ਾਸਿਤ ਤਾਈਵਾਨ ਦੇ ਭਵਿੱਖ ਨੂੰ ਲੈ ਕੇ ਅਮਰੀਕਾ ਤੇ ਚੀਨ ਦੇ ਵਿਚਾਲੇ ਟਕਰਾਅ ਹੈ। ਦੱਖਣੀ ਚੀਨ ਸਾਗਰ ਦੇ ਵਿੱਚ ਖੇਤਰੀ ਦਾਅਵਿਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਚੱਲ ਰਿਹਾ ਹੈ। ਚੀਨ ਨੇ ਅਮਰੀਕਾ ਨੂੰ ਸਪਸ਼ਟ ਤੌਰ ਉੱਤੇ ਕਿਹਾ ਹੈ ਕਿ ਉਹ ਤਾਈਵਾਨ ਦੇ ਮੁੱਦੇ ਉੱਤੇ ਆਪਣਾ ਸਟੈਂਡ ਨਹੀਂ ਛੱਡਣਗੇ। ਵਾਸ਼ਿੰਗਟਨ ਦੇ ਵਿੱਚ ਹੋਈ ਗੱਲਬਾਤ ਦੌਰਾਨ ਚੀਨੀ ਰੱਖਿਆ ਮੰਤਰਾਲੇ ਦੇ ਬਿਆਨ ਦੇ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਉਹ ਤਾਈਵਾਨ ਮੁੱਦੇ ਉੱਤੇ ਕਦੇ ਵੀ ਸਮਝੌਤਾ ਨਹੀਂ ਕਰੇਗਾ ਤੇ ਨਾ ਹੀ ਪਿੱਛੇ ਹਟੇਗਾ। ਚੀਨ ਨੇ ਅਮਰੀਕਾ ਨੂੰ ਤਾਈਵਾਨ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਲਈ ਵੀ ਕਿਹਾ ਹੈ ਤੇ ਨਾਲ ਹੀ ਦੂਜੇ ਪਾਸੇ ਚੀਨ ਨੇ ਅਮਰੀਕਾ ਨੂੰ ਦੱਖਣੀ ਚੀਨ ਸਾਗਰ ਦੇ ਵਿੱਚ ਆਪਣੀ ਫੌਜੀ ਤਾਇਨਾਤੀ ਅਤੇ ਭੜਕਾਊ ਕਾਰਵਾਈਆਂ ਨੂੰ ਘਟਾਉਣ ਅਤੇ ਦੂਜੇ ਦੇਸ਼ਾਂ ਦੁਆਰਾ ਭੜਕਾਊ ਕਾਰਵਾਈਆਂ ਦਾ ਸਮਰਥਨ ਕਰਨ ਤੋਂ ਰੋਕਣ ਲਈ ਵੀ ਕਿਹਾ ਹੈ। ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਟੋਰਾਂਟੋ ਦੇ ਵਿੱਚ ਮਕਾਨ ਮਾਲਕਾਂ ਨੂੰ ਜਲਦੀ ਹੀ ਦੋਹਰੇ ਅੰਕਾਂ ਦੇ ਵਿੱਚ ਜਾਇਦਾਦ ਟੈਕਸ ਦੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਟੋਰਾਂਟੋ ਲਗਭਗ $1.8 ਬਿਲੀਅਨ ਆਪਰੇਟਿੰਗ ਬਜਟ ਦੀ ਘਾਟ ਦੇ ਨਾਲ ਜੂਝ ਰਿਹਾ ਹੈ। ਸ਼ਹਿਰ ਦੇ ਸਟਾਫ ਨੇ ਮੇਅਰ ਓਲੀਵੀਆ ਚੌ ਦੇ ਕਾਰਜਕਾਲ ਦਾ ਪਹਿਲਾ ਪ੍ਰਸਤਾਵਿਤ ਬਜਟ ਜਾਰੀ ਕੀਤਾ, ਜਿਸ ਦੇ ਵਿੱਚ 10.5% ਪ੍ਰਾਪਰਟੀ ਟੈਕਸ ਵਾਧਾ ਸ਼ਾਮਲ ਹੈ, ਜੋ ਕਿ ਸ਼ਹਿਰ ਦੇ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਦੇਖੇ ਗਏ ਸਭ ਤੋਂ ਵੱਡੇ ਟੈਕਸ ਵਾਧੇ ਵਿੱਚੋਂ ਇੱਕ ਹੈ। 2024 ਦੇ ਪ੍ਰਸਤਾਵਿਤ ਬਜਟ ਦੇ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ 9% ਦੇ ਵਾਧੇ ਦੇ ਨਾਲ ਸਿਟੀ ਬਿਲਡਿੰਗ ਫੰਡ ਦੇ ਵਿੱਚ ਵੀ 1.5% ਦਾ ਵਾਧਾ ਸ਼ਾਮਲ ਹੈ। ਬਜਟ
ਚੀਫ ਸ਼ੈਲੀ ਕੈਰੋਲ ਦੇ ਅਨੁਸਾਰ ਇਸ ਦਾ ਮਤਲਬ ਟੋਰਾਂਟੋ ਵਿੱਚ ਔਸਤ ਪਰਿਵਾਰ ਦੇ ਲਈ ਪ੍ਰਤੀ ਸਾਲ ਲਗਭਗ $360 ਦਾ ਵਾਧਾ ਹੋ ਸਕਦਾ ਹੈ। We're able to take part early on. So it truly reflects the cost of running the city that you expect, the one you told us you think you deserve. It's no secret that this is going to be a challenging financial year. That we heard. The community understands that very full well. 6 months ago, we inherited a budget shortfall of $1.5 billion, resulting from years of underinvestment and unpredictable partnership from other orders of government. With additional pressures continuing throughout 2023, particularly in our shelter system, that shortfall now sits at just below $1.8 billion. I feel strongly that we cannot keep kicking that can down the road. We need to get our city back on track. When I took on the role of budget chief last August, my first priority was to explore every avenue to bring that shortfall number down. So working closely with our Chief Financial Officer and the City Finance staff, we have found over $600 million in cost savings and cost avoidances for the 2024 budget year through sound financial management. We know that Torontonians expect us to make absolutely the most of our tax dollars, to be as efficient as possible. And that has been my directive to staff from day one. We also took immediate action through council and with the mayor on the shortfall by presenting and acting on the city's new long-term financial plan. We included in that implementing immediately a graduated municipal land transfer tax and increasing the vacant home tax. And of course, in November, Mayor Chow and Premier Doug Ford announced a very historic new deal for the City of Toronto. And in that new deal, in addition to significant capital investments in the city through the upload of the highways, the Gardiner and the Don Valley Parkway, this new deal includes $400 million in operating dollars to put towards the 2024 budget. ਸਿਟੀ ਆਫ ਸਰੀ ਦੇ ਵੱਲੋਂ ਪੁਲਿਸ ਟ੍ਰਾਂਜੀਸ਼ਨ ਉੱਤੇ ਆਉਣ ਵਾਲੇ ਖਰਚੇ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਦੇ ਲਈ ਇੱਕ ਵਿਸ਼ੇਸ਼ ਜਾਗਰੂਕ ਮੁਹਿੰਮ ਵਿੱਢੀ ਹੋਈ ਹੈ। ਪਰ ਇਸੇ ਦੌਰਾਨ ਉਹਨਾਂ ਸਰੀ ਵਿੱਚ ਪੁਲਿਸ ਢਾਂਚੇ ਬਾਰੇ ਇੱਕ ਸਰਵੇਖਣ ਵੀ ਕਰਵਾਇਆ, ਜਿਸ ਤੋਂ ਸਾਹਮਣੇ ਆਇਆ ਹੈ ਕਿ ਲੋਕ ਜ਼ਿਆਦਾ ਖਰਚੇ ਦੇ ਮੱਦੇਨਜ਼ਰ ਸਰੀ ਦੇ ਵਿੱਚ RCMP ਰੱਖਣ ਨੂੰ ਤਰਜੀਹ ਦੇ ਰਹੇ ਨੇ। 46% ਸਰੀ ਵਾਸੀ ਸਰੀ ਦੇ ਵਿੱਚ RCMP ਰੱਖਣ ਦੇ ਹੱਕ ਦੇ ਵਿੱਚ ਹਨ। The Leger survey was very clear that the public does not want to pay for this a very expensive police force, the Surrey Police Service. Exactly what the poll said. The public said, this is your idea, you pay for it. And I would say I would totally agree with the public. Why would the city, why should our residents, especially at a time when we're all dealing with affordability issues, especially when everybody's costs are going up at the grocery store, at the gas pump, wherever they're housing. If the province wants this that bad, this is their expenditure that they're imposing on our residents, on our taxpayers. This transition is putting real challenges in front of our finance department to come up with a budget. There is a possibility we have two budgets, but certainly we know that if we are to move forward with the Surrey Police Service, it will be double-digit budgets. There's no question about that. We are talking just on the operations side, a minimum, an absolute minimum of $464 million over 10 years. ਕੈਨੇਡਾ ਵਿਖੇ ਮੌਂਟਰੀਅਲ ਸ਼ਹਿਰ ਦੇ ਨਵੇਂ ਬਜਟ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਨਵੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਇਸ ਸਹੂਲਤ ਵਿੱਚ ਉਹਨਾਂ ਨੂੰ ਬੋਡੀ ਕੈਮਰੇ ਦਿੱਤੇ ਜਾਣਗੇ। ਨਵੇਂ ਬਜਟ ਅਨੁਸਾਰ ਸਾਲਾਂ ਦੇ ਪਾਇਲਟ ਪ੍ਰੋਜੈਕਟਾਂ, ਰਿਪੋਰਟਾਂ ਅਤੇ ਸਿਟੀ ਹਾਲ ਦੇ ਵਿੱਚ ਵਿਰੋਧੀ ਧਿਰਾਂ ਦੇ ਨਾਲ ਝੜਪਾਂ ਤੋਂ ਬਾਅਦ ਮੌਂਟਰੀਅਲ ਪੁਲਿਸ ਨੂੰ ਆਖਿਰਕਾਰ ਬੋਡੀ ਕੈਮਰੇ ਮਿਲਣਗੇ। ਮੌਂਟਰੀਅਲ ਸ਼ਹਿਰ ਨੇ ਬਜਟ ਦੌਰਾਨ ਪੁਲਿਸ ਬੋਡੀ ਕੈਮਰੇ ਦੀ ਖਰੀਦ ਅਤੇ ਤਾਇਨਾਤੀ ਦੇ ਲਈ ਲੱਖਾਂ ਡਾਲਰ ਰੱਖੇ ਨੇ। 2024 ਮਿਊਨਿਸਪਲ ਬਜਟ ਦੇ ਹਿੱਸੇ ਵਜੋਂ $18.3 ਮਿਲੀਅਨ ਦੀ ਰਕਮ ਤੈਅ ਕੀਤੀ ਗਈ ਹੈ, ਜੋ ਦਖਲ ਅੰਦਾਜ਼ੀ ਦੀ ਪਾਰਦਰਸ਼ਤਾ ਨੂੰ ਵਧਾਉਣ ਅਤੇ ਜਨਤਾ ਦੇ ਨਾਲ ਭਰੋਸੇ ਦੇ ਬੰਧਨ ਨੂੰ ਮਜ਼ਬੂਤ ਕਰੇਗੀ। ਸ਼ਹਿਰ ਦੀ 10 ਸਾਲ 2024 ਤੋਂ 2033 ਯੋਜਨਾ ਦੇ ਵਿੱਚ ਕਿਹਾ ਗਿਆ ਹੈ ਕਿ ਰਕਮ ਦੀ ਵਰਤੋਂ ਅਧਿਕਾਰੀਆਂ ਨੂੰ 3000 ਕੈਮਰੇ ਹਾਸਲ ਕਰਨ ਅਤੇ ਵੰਡਣ ਅਤੇ ਵੀਡੀਓ ਰਿਕਾਰਡਿੰਗ ਪ੍ਰੋਸੈਸਿੰਗ ਸੈਂਟਰ ਬਣਾਉਣ ਲਈ ਕੀਤੀ ਜਾਵੇਗੀ। We must also work not only to maintain the trust we've earned over many years, but to support the officers who dedicate themselves to one of the most challenging and, without a doubt, most highly scrutinized professions around. And that's why I'm here today.
to announce the launch of the Vancouver Police Department's body-worn camera pilot project. We've listened to the public and agree that this will be a step forward that will strengthen public trust and confidence and support the officers as they work hard to keep our streets safe. Starting today, for the next 6 months, approximately 85 frontline officers working in our traffic section, patrol officers working the downtown core and East Vancouver will begin deploying with chest-mounted cameras that will record their actions while on duty and interacting with the public. Their feedback and experiences during this 6-month trial will help guide us through the development and implementation of a broader body-worn camera program where we eventually expect to see all frontline VPD officers deploy with this technology. This pilot project was approved in November of 2022 and has been a long time coming. Body-worn cameras are something that we at the Vancouver Police Department have been advocating for years. Chief Palmer, back in July of 2021, spoke in support of body-worn cameras to the Special Committee on Reforming the Police Act. Until now, the significant costs associated with purchasing cameras and storing data have made the technology cost prohibitive. But thanks to the funding from the Vancouver City Council and with approval from the Vancouver Police Board, we've been able to launch this pilot after extensive consultation with various community groups and stakeholders, including BC's Privacy Commissioner, which involved the Comprehensive Privacy Audit Report, health authorities, the Independent Investigations Office, the Office of the Police Complaint Commissioner, Vancouver Police Union, Indigenous and 2S LGBTQ plus groups, business improvement associations, and service providers in the downtown east side, amongst others. ਜਾਂਦਿਆਂ ਦੀ ਕੋਈ ਫਿਰ ਤੋਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਉੱਤੇ। ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਈਨ ਵਿਖੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਫਲਸਤੀਨੀ ਅਥਾਰਟੀ ਦੇ ਮੁਖੀ ਮਹਿਮੂਦ ਅਬਾਸ ਦੇ ਨਾਲ ਕੀਤੀ ਮੁਲਾਕਾਤ। ਇਜ਼ਰਾਈਲ ਹਮਾਸ ਜੰਗ ਨੂੰ ਲੈ ਕੇ ਕੀਤੀ ਚਰਚਾ। ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਭਾਣਾ। ਪਨਾਮਾ ਦੇ ਜੰਗਲਾਂ ਦੇ ਵਿੱਚ ਨੌਜਵਾਨ ਜਗਮੀਤ ਸਿੰਘ ਹੋਇਆ ਗੁੰਮ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ। ਸਿਟੀ ਆਫ ਟੋਰਾਂਟੋ ਦੇ ਵੱਲੋਂ ਪ੍ਰਾਪਰਟੀ ਟੈਕਸ ਦੇ ਵਿੱਚ ਕੀਤਾ ਜਾਵੇਗਾ ਵਾਧਾ। ਬਜਟ ਚੀਫ ਸ਼ੈਲੀ ਕੈਰੋਲ ਦੇ ਵੱਲੋਂ ਦਿੱਤੀ ਗਈ ਜਾਣਕਾਰੀ। ਸੋ ਫਿਲਹਾਲ ਦੇ ਲਈ ਨਾਰਥ ਅਮਰੀਕਾ ਨਿਊਜ਼ ਦੇ ਵਿੱਚ ਇੰਨਾ ਹੀ। ਤੁਹਾਨੂੰ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।